ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਵਨ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। माटी माटी होई एक, रोवन हारे की कौन टेक। कौन मुआरे कौन मुआ, ब्रह्म ज्ञानी मिल करो विचार। एह तो चलत भया रहा। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सत्संगी जनों, आपां सारे ही रिश्तेदार, साथ संबंधी, दोस्त मित्र, नगर निवासी, दूरों नेड़ियों सतगुरु पातशाह जी के अनिन्न प्यारे सेवक भाई साहब भाई मोहन सिंह जी के सपत्नी सुखपाल कौर जी, जो इन्हां दा साथ निभाउंदे होए लगातार गुरु चरनां नाल जुड़ करके अपना जीवन बतीत करते हुए उस परमेश्वर के भाणे नूं भी जानते हुए समझते हुए संजोग विजोग दोए कार चलावै, लेखे आवै भाग दे महाबाक अनुसार। पिछले दिनी परमात्मा के सदे मुताबक सानू सदीवी विछोड़ा दे गए हैं, पर गुरु ने कृपा की कि जो मनुखा जीवन सानू प्राप्त होया है उस नूं सवार के गए। भई प्राप्त मानुख दे हुरिया, गोविंद मिलन की एहो तेरी बरिया दे महावाक अनुसार। बाबा मोहन सिंह जी जिन्हां दे नाल रहिंदियां होइयां गुरमत अनुसार जीवन बतीत कीता और अपने बच्चियां नूं हर पक्ष तो सैट कीता बाहरले देशां दे विच, और गुरु नाल भी जोड़ के रखिया। सो पिछले दिनी वो अकाल चलाना कर गए, परमेश्वर के सदे नूं प्रवान करते हुए शरीर त्याग गए। पंज भूतक शरीर जिहड़ा ये किसी का भी सदा नहीं रहिंदा, ते जीव आत्मा कदे भी मरदी नहीं। पंजवें पातशाह राग रामकली दे विच जो आप जी ने शब्द सरवण किया, आप 10-12 मिनट तो विचार आरंभ करते हाँ। इस शब्द दे विच धन धन श्री गुरु अर्जन देव महाराज जी सानू सारियां नूं ही की ज्ञान बख्शिश करते हैं। ये पंजे तत्त जिहड़े एक दूजे दे एंटी आ। पानी अग नूं बुझा दिंदा है, अग पानी नूं मचा दिंदी आ। मिट्टी नूं पानी खोल दिंदा है, मिट्टी दा जोर पै जे ते पानी नूं बन लैंदी आ। ये पंजे ही एक दूजे दे एंटी तत्त जे इकट्ठे रह रहे हैं साडे शरीर विच, तां इह उस परमेश्वर दी आत्मा करके ही आ, उस दी नूर करके, उहदी रूह करके ही आ। जिन्ना चिर साडी रूह शरीर च रहिंदी आ, उन्ना चिर पंजे तत्त उहदे हुक्म विच बझे होए विचरदे हन। ते जदों ही उसका सद्दा आ जांदा, ये पंजे तत्त भी अड्डो अड्ड हो जांदे आ। प्रीतम जी का बचन है, पवने मैं पवन समाया, ज्योति मह जोत रल जाया। पहला तो श्वास त्यागदा शरीर नूं,
और ਸਵਾਸ ਦੇ ਨਾਲ ਹੀ ਪ੍ਰਾਣਾਂ ਦੇ ਘੋੜੇ ਤੇ ਜੀਵਾਤਮਾ ਵੀ ਨਿਕਲ ਜਾਂਦੀ ਹੈ। ਔਰ ਜਾਂਦੀ ਕਿੱਥੇ ਹੈ ਇਹ ਤਾਂ ਵੈਸੇ ਪਾਤਸ਼ਾਹ ਲਿਖਦੇ ਆ, ਅਗਲੀ ਕਿਛ ਖਬਰ ਨਾ ਪਾਈ, ਸਾਨੂੰ ਤਾਂ ਨਹੀਂ ਪਤਾ, ਪਰ ਉਹ ਆਤਮਾ ਅੰਤ ਵੇਲੇ ਆਪਣੇ ਫੁਰਨੇ ਮੁਤਾਬਕ, ਖਿਆਲ ਦੇ ਮੁਤਾਬਕ ਉੱਥੇ ਜਾਂਦੀ ਹੈ ਜੈਸਾ ਉਹਦਾ ਖਿਆਲ ਹੋਵੇ। ਨਾਮ ਜਪਣ ਵਾਲੀਆਂ ਰੂਹਾਂ ਜਿਹੜੀਆਂ ਉਹ ਅੰਤ ਵੇਲੇ ਪਰਮੇਸ਼ਰ ਜਾਣਕਾਰੀ ਵੀ ਕਰਵਾ ਦਿੰਦਾ ਹੈ ਤੇ ਉਹ ਪਰਮੇਸ਼ਰ ਨਾਲ ਜੁੜ ਜਾਂਦੀਆਂ ਔਰ ਫਿਰ ਉਸ ਪਰਮੇਸ਼ਰ ਨੂੰ ਯਾਦ ਕਰਦੀਆਂ ਹੋਈਆਂ, ਜਿਵੇਂ ਬਚਨ ਹੈ ਅੰਤ ਕਾਲ ਨਾਰਾਇਣ ਸਿਮਰਹਿ, ਐਸੀ ਚਿੰਤਾ ਮਹਿ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੇ ਵਸੇ। ਜਿਨ੍ਹਾਂ ਦੇ ਹਿਰਦੇ ਵਿੱਚ ਆਖਰੀ ਸਮੇਂ ਉਹ ਸੁਨਹਿਰੀ ਸਰੂਪ ਵਾਲਾ ਪਰਮੇਸ਼ਰ ਵਸ ਜਾਂਦਾ ਹੈ, ਉਹ ਰੂਹਾਂ ਪਰਮੇਸ਼ਰ ਨੂੰ ਯਾਦ ਕਰਦੀਆਂ ਹੋਈਆਂ ਗੁਰੂ ਕਿਰਪਾ ਸਦਕਾ ਆਪਣੇ ਦੇਸ਼ ਚਲੀਆਂ ਜਾਂਦੀਆਂ। ਨਹੀਂ ਤਾਂ ਫਿਰ ਪਹਿਲੀਆਂ 3-4 ਉਦਾਹਰਨਾਂ ਬਹੁਤ ਸਾਰੇ ਐਸੇ ਵੀ ਜੀਵ ਹੈ ਜਿਹੜੇ ਆਪੋ ਆਪਣੇ ਖਿਆਲਾਂ ਦੇ ਮੁਤਾਬਕ, ਭਗਤ ਪੀਪਾ ਜੀ ਵੀ ਕਹਿੰਦੇ ਕਿ ਉਸ ਪਰਮੇਸ਼ਰ ਦੇ ਹੁਕਮ ਦਾ ਉਸੇ ਨੂੰ ਹੀ ਪਤਾ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਜੀਵ ਕਿੱਥੋਂ ਆਇਆ, ਕਹਤੇ ਆਵੇ ਕਹਾਂ ਇਹ ਜਾਵੇ, ਕਿੱਥੋਂ ਆਉਂਦਾ ਕਿੱਥੇ ਜਾਂਦਾ ਇਹ ਤਾਂ ਜਾਂ ਜੀਵ ਨੂੰ ਪਤਾ ਹੈ ਤੇ ਜਾਂ ਪਰਮੇਸ਼ਰ ਨੂੰ ਪਤਾ ਹੈ। ਪਰ ਫਿਰ ਵੀ ਭਗਤ ਪੀਪਾ ਜੀ ਕਹਿੰਦੇ ਇਹ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਇਹ ਸਾਡਾ ਸਰੀਰ ਹੀ ਮੰਦਰ ਹੈ, ਇਹਦੇ ਵਿੱਚ ਹੀ ਪੂਜਣ ਵਾਲਾ ਦੇਵਤਾ ਵੀ ਹੈ। ਇਸੇ ਸਰੀਰ ਦੇ ਵਿੱਚ ਹੀ ਆਪਾਂ ਯਾਤਰਾ ਕਰਨੀ ਹੈ, ਭਾਵ ਆਪਣੀ ਸੁਰਤ ਨੂੰ ਸਰੀਰ ਦੇ ਵਿੱਚ ਸੰਭਾਲ ਕੇ ਰੱਖਣਾ, ਜਿੰਨੀ ਵੱਧ ਤੋਂ ਵੱਧ ਇਕੱਠੀ ਰੱਖੀ ਜਾਵੇ। ਭਾਵੇਂ ਕਿ ਸੰਸਾਰ ਦੇ ਵਿੱਚ ਵਿਚਰਦੇ ਆ, ਧੀਆਂ ਪੁੱਤਰਾਂ ਵਿੱਚ ਵੀ ਖਿੰਡਦੀ ਆ, ਪਰ ਜਿੰਨੀ ਇਕੱਠੀ ਕੀਤੀ ਜਾਵੇ ਓਨੀ ਚੰਗੀ ਆ। ਤੋ ਇਹਦੇ ਅੰਦਰੇ ਹੀ ਸਭ ਕੁਝ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਆ ਧੂਪ ਦੀਪ ਨਈ ਬੇਦਾ, ਕਾਇਆ ਪੂਜੋ ਪਾਤੀ, ਕਾਇਆ ਬਹੁਖੰਡ ਖੋਜ, ਕਾਇਆ ਬਹੁਖੰਡ ਖੋਜ ਤੇ ਨਵਨਿਧ ਪਾਈ, ਨਾ ਕਿਛ ਆਏਵੋ ਨਾ ਕਿਛ ਜਾਏਵੋ, ਰਾਮ ਕੀ ਦੁਹਾਈ। ਆਉਂਦਾ ਜਾਂਦਾ ਕੁਛ ਵੀ ਨਹੀਂ, ਇੱਥੇ ਪਰਮਾਤਮਾ, ਇੱਥੇ ਰੂਹਾਂ ਵਿਚਰਦੀਆਂ ਹਨ। ਔਰ ਅਗਲੇ ਫੁਰਨੇ ਮੁਤਾਬਕ ਜਿਨ੍ਹਾਂ ਨੇ ਪਰਮੇਸ਼ਰ ਨੂੰ ਅੰਤ ਵੇਲੇ ਯਾਦ ਕੀਤਾ ਉਹ ਆਪਣੇ ਘਰ ਚਲੀਆਂ ਜਾਂਦੀਆਂ, ਕਿਉਂਕਿ 84 ਲੱਖ ਜੂਨਾਂ ਦਾ ਇਹ ਸ਼੍ਰੋਮਣੀ ਤੇ ਆਖਰੀ ਤੇ ਪਹਿਲਾ ਜਨਮ ਹੈ। ਆਖਰੀ ਇਸ ਕਰਕੇ ਹੈ ਕਿ ਅਗਰ ਪਰਮੇਸ਼ਰ ਨਾਲ ਜੁੜ ਗਿਆ ਤੇ 84 ਲੱਖ ਜੂਨਾਂ ਦਾ ਚੱਕਰ ਖਤਮ ਹੈ। ਔਰ ਜੇ ਹੱਥੋਂ ਖੁੰਝ ਗਿਆ, ਪੌੜੀ ਛੁੜਕੀ ਹੱਥ ਨ ਆਵੇ, ਅਹਿਲਾ ਜਨਮ ਗਵਾਇਆ, ਤਾਂ ਫਿਰ ਸਮਝੋ ਦੁਬਾਰੇ ਚੱਕਰ ਸ਼ੁਰੂ ਹੋ ਜਾਂਦਾ ਹੈ। ਗੁਰੂ ਕਿਰਪਾ ਕਰਨ। ਪੰਜਵੇਂ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਪਿਛਲਿਆਂ ਨੂੰ, ਜੋ ਪਿੱਛੇ ਅਸੀਂ ਆਏ ਹਾਂ ਮਾਤਾ ਜੀ ਦੇ ਸੋਗ ਸਮਾਗਮ ਦੇ ਵਿੱਚ, ਸਾਨੂੰ ਸਮਝਾਉਣ ਵਾਸਤੇ ਅੱਜ ਦਾ ਪਵਿੱਤਰ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਬਖਸ਼ਿਸ਼ ਕਰਦੇ ਹਨ। ਜਦੋਂ ਪ੍ਰਾਣੀ ਸਰੀਰ ਤਿਆਗ ਜਾਂਦਾ ਹੈ, 5 ਤੱਤ ਸਰੀਰ ਵਿੱਚੋਂ ਪਹਿਲਾਂ ਸਵਾਸ ਹਵਾ ਨਿਕਲਦੀ ਹੈ, ਔਰ ਇਹ ਨਿਕਲ ਕੇ ਆਪਣੀ ਹਵਾ ਵਿੱਚ ਮਿਲ ਜਾਂਦੀ ਹੈ। ਤੇ ਜਿਹੜੀ ਜੋਤ ਹੈ ਪਰਮੇਸ਼ਰ ਦੀ ਅੰਸ਼ ਹੈ, ਸੂਖਮ, ਜੋ ਸਾਡੇ ਅੰਦਰ ਬੋਲਦਾ ਹੈ। ਜਿਵੇਂ ਰਾਗੀ ਜਥਾ ਸ਼ਬਦ ਪੜ੍ਹ ਰਹੇ ਸਨ, ਬਾਬਾ ਬੋਲਤੇ ਥੇ ਕਹਾਂਗੇ ਦੇਹੀ ਕੇ ਸੰਗ ਰਹਤੇ, ਸੁਰਤ ਮਾਹੇ ਜੋ ਨਿਰਤੈ ਕਰਤੇ। ਜੋ ਸਾਡੀ ਸੁਰਤ ਵਿੱਚ ਨੱਚਦਾ ਹੈ, ਕੀ ਨੱਚਦਾ ਹੈ? ਸ਼ਬਦ। ਆਪਾਂ ਇੱਥੇ ਬੈਠੇ ਹਾਂ, ਤੁਸੀਂ ਉੱਥੇ ਬੈਠੇ ਹੋ, ਤੁਹਾਡਾ ਧਿਆਨ ਤੁਰੰਤ ਹੀ ਤੁਹਾਡੇ ਦਿਮਾਗ ਵਿੱਚ ਜਾਂਦਾ ਹੈ ਜਦੋਂ ਕੋਈ ਅੰਦਰ ਫੁਰਨਾ ਆਉਂਦਾ ਹੈ, ਚਾਹੇ ਕਿਸੇ ਕੰਮ ਦਾ, ਚਾਹੇ ਕਿਸੇ ਨੂੰ ਦੇਖ ਕੇ, ਤੇ ਚਾਹੇ ਘਰੇ ਜਾਣ ਦਾ ਫੁਰਨਾ ਆਉਂਦਾ ਹੈ। ਇਹ ਸ਼ਬਦ ਆਪਣੇ ਅੰਦਰ ਨੱਚਦਾ ਹੈ। ਇਹ ਸ਼ਬਦ ਹੀ ਪਰਮੇਸ਼ਰ ਦਾ ਸਰੂਪ ਹੈ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼, ਸਗਲ ਸਮੱਗਰੀ ਸ਼ਬਦ ਕੈ ਪਾਛੈ, ਨਾਨਕ ਸ਼ਬਦ ਘਟੈ ਘਟ ਆਛੈ। ਸ਼ਬਦ ਹੀ ਗੁਰੂ ਹੈ ਤੇ ਆਪਾਂ ਵੀ ਸ਼ਬਦ ਆ, ਤੇ ਸ਼ਬਦ ਕਦੇ ਮਰਦਾ ਨਹੀਂ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਇਹ ਸ਼ਬਦ ਸਦਾ ਰਹਿਣ ਵਾਲਾ ਹੈ। ਪਰਮੇਸ਼ਰ ਤੋਂ ਦੂਸਰੇ ਨੰਬਰ ਤੇ ਸ਼ਬਦ ਹੀ ਪੈਦਾ ਹੋਇਆ ਹੈ। ਸਾਚੇ ਤੇ ਪਵਨਾ ਭਇਆ, ਜਦ ਉਹ ਬੋਲਿਆ ਕੁਨ ਹੂੰ ਕੂਨ,
ਇੱਛਾ ਹੋਈ ਉਹਦੇ ਅੰਦਰ ਵੀ ਕਹਿੰਦੇ ਜਦ ਫੁਰਨਾ ਬਣਿਆ ਕਿ ਮੇਰੇ ਵਰਗੇ ਹੋਰ ਵੀ ਹੋਣ ਤੇ ਕਹਿੰਦੇ ਹੋ ਜਾ। ਜਦ ਉਹਨੇ ਕਿਹਾ ਹੋ ਜਾ, ਕੁਨ ਹੋ ਕੌਣ ਮਤਲਬ ਕੁਦਰਤੀ ਬਣ ਜਾ, ਇਹ ਇਸਲਾਮ ਦਾ ਸ਼ਬਦ ਹੈ। ਔਰ ਫਿਰ ਬਣਨਾ ਸ਼ੁਰੂ ਹੋਇਆ। ਉਸ ਤੋਂ ਹਵਾ ਪੈਦਾ ਹੋਈ, ਹਵਾ ਤੋਂ ਠੰਡਾ ਹੋ ਕੇ ਪਾਣੀ ਬਣਿਆ। ਪਹਿਲਾਂ ਸ਼ਬਦ ਬਣਿਆ, ਬਚੀ ਹੋਈ ਹਵਾ 'ਚੋਂ ਪਾਣੀ ਬਣਿਆ। ਸਾਚੇ ਤੇ ਪਵਨਾ ਪਿਆ ਤੇ ਫਿਰ ਪਵਨ ਤੇ ਜਲ ਹੋਏ ਤੇ ਫਿਰ ਆਪਾਂ ਸਾਰੇ ਮੱਛਰ ਤੋਂ ਲੈ ਕੇ ਹਾਥੀ ਤੱਕ ਜਿੰਨੇ ਜੀਵ ਜੰਤੂ ਹੈ ਇਹ ਪਾਣੀ ਤੋਂ ਤਿਆਰ ਹੋ ਗਏ। ਕਹੋ ਸਤਨਾਮ ਸ੍ਰੀ। ਸਾਚੇ ਤੇ ਪਵਨਾ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਤੇ ਫਿਰ ਸਾਰਿਆਂ ਵਿੱਚੋਂ ਨੇ ਆਪਣਾ ਨੂਰ, ਆਪਣੀ ਜੋਤ ਰੱਖ ਦਿੱਤੀ। ਆ ਜਿਹੜੀ ਆਪਾਂ ਵੇਖਦੇ ਹਾਂ, ਬੋਲਦਾ, ਸੁਣਦਾ, ਇਹ ਸਭ ਕੁਝ ਉਹ ਕਰ ਰਿਹਾ ਹੈ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਨ ਹਾਰਾ। ਕੰਡਾ ਮਤਲਬ ਜੱਜਮੈਂਟ ਵੀ ਆਪ ਕਰਦਾ, ਆਪ ਹੀ ਬੋਲਦਾ, ਆਪ ਹੀ ਸੋਚਦਾ। ਕਹੋ ਸਤਨਾਮ। ਆਪੇ ਧੀਆਂ ਪੁੱਤਰ ਬਣਦਾ, ਆਪੇ ਮਾਪੇ ਬਣਦਾ। ਇਹ ਸਾਰੀ ਖੇਡ ਉਸ ਪਰਮੇਸ਼ਰ ਦੀ ਬਣਾਈ ਹੋਈ ਆ। ਗੁਰਮੁਖਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ, ਮਨਮੁਖ ਨੂੰ ਸਮਝ ਨਹੀਂ ਆਉਂਦੀ। ਉਹ ਬੜਾ ਕਲਪਦਾ, ਬੜਾ ਦੁਖੀ ਹੁੰਦਾ। ਗੁਰਮੁਖ ਉਸ ਭਾਣੇ ਨੂੰ ਸੱਤ ਕਰਕੇ ਮੰਨ ਲੈਂਦਾ ਹੈ। ਤੋ ਇਸ ਕਰਕੇ ਗੁਰੂ ਪਿਆਰਿਓ, ਅਸੀਂ ਉਸ ਨੂਰ ਤੋਂ ਬਣੇ ਆ। ਉਹ ਨੂਰ ਕਦੇ ਵੀ ਖਤਮ ਨਹੀਂ ਹੁੰਦਾਗਾ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਉਹ ਜੀਵ ਆਤਮਾ ਜੋ ਸਰਵ ਵਿਆਪਕ ਹੈ, ਉਹ ਜੋਤ ਦੇ ਨਾਲ ਰਲ ਜਾਂਦੀ ਹੈ। ਤੇ ਸਰੀਰ ਜਿਹੜਾ ਮਿੱਟੀ ਤੋਂ ਪ੍ਰਾਪਤ ਹੋਇਆ ਸਾਨੂੰ, ਭਾਵ ਸਾਡਾ ਸਰੀਰ ਮਾਤਾ ਦੇ ਉਦਰ 'ਚ ਮਾਤਾ ਦੇ ਖਾਧੇ ਭੋਜਨਾਂ ਤੋਂ ਹੀ ਬਣਦਾ ਤੇ ਭੋਜਨ ਮਿੱਟੀ ਤੋਂ ਮਿਲੇ ਹੈ। ਇਸ ਕਰਕੇ ਮਿੱਟੀ ਤੋਂ ਮਿਲਿਆ ਭੋਜਨ ਤੇ ਭੋਜਨ ਤੋਂ ਬਣਿਆ ਇਹ ਸਰੀਰ, ਤੇ ਸਰੀਰ ਵਾਪਸ ਮਿੱਟੀ ਵੱਲ ਚਲਿਆ ਜਾਂਦਾ। ਇਹ ਚੱਕਰ ਚੱਲਦਾ ਰਹਿੰਦਾ ਸਰੀਰਾਂ ਦਾ, ਕਦੇ ਬਣ ਗਏ ਕਦੇ ਢਹਿ ਗਏ। ਪਾਣੀ ਦਾ ਵੀ ਚੱਕਰ ਚੱਲਦਾ ਰਹਿੰਦਾ। ਸਮੁੰਦਰਾਂ 'ਚੋਂ ਉੱਡਦਾ, ਉੱਪਰ ਜਾਂਦਾ, ਭਾਵ ਬਣ ਕੇ ਉੱਪਰ ਜਾ ਕੇ ਠੰਡਾ ਹੋ ਜਾਂਦਾ। ਫਿਰ ਕਣੀਆਂ ਬਣ ਕੇ ਉੱਚੇ ਨੀਵੇਂ ਟਿੱਬਿਆਂ 'ਤੇ ਵਰਦਾ, ਉੱਚੇ ਨੀਵੇਂ ਥਾਵਾਂ 'ਤੇ ਵਰਦਾ। ਫਿਰ ਰੁੜਦਾ ਹੋਇਆ ਨਦੀਆਂ ਨਾਲਿਆਂ 'ਚੋਂ ਨੀਵੇਂ ਤੋਂ ਨੀਵੇਂ ਨੂੰ ਜਾਂਦਾ ਹੋਇਆ ਸਮੁੰਦਰ ਵਿੱਚ ਫਿਰ ਮਿਲ ਜਾਂਦਾ ਹੈ। ਭਾਈ ਸਾਹਿਬ ਗੁਰਦਾਸ ਜੀ ਲਿਖਦੇ ਹਨ, ਜੈਸੇ ਆ ਕੋ ਕਨੋਕਾ ਕੋਟ ਉਪਜਿਤ ਹੈ। ਜਿਸ ਤਰ੍ਹਾਂ ਅੱਗ ਦੇ ਕਰੋੜਾਂ ਚੰਗਿਆੜੇ ਬੁੜਕਦੇ ਆ, ਉੱਪਰ ਜਾਂਦੇ ਆ, ਤੇ ਜਦ ਸਮਾਪਤ ਹੁੰਦੇ ਆ ਵਾਪਸ ਅੱਗ ਵਿੱਚ ਮਿਲ ਜਾਂਦੇ ਆ। ਜੈਸੇ ਇੱਕ ਧੂੜ ਤੇ ਪੂਰਕ ਕਨੁਕਾ ਕੋਟ, ਜਿਵੇਂ ਇੱਕ ਧੂੜੀ ਉੱਡਦੀ ਆ ਉੱਪਰ, ਪਰ ਆਖਿਰ ਇਹ ਵੀ ਥੱਲੇ ਆ ਜਾਂਦੀ ਆ। ਪਰ ਇੱਕ ਮਨੁੱਖ ਹੈ ਜਿਹੜਾ ਆਪਣੇ ਅਸਲੇ ਵੱਲ ਨਹੀਂ ਜਾ ਰਿਹਾ। ਪਾਣੀ ਵੀ ਆਪਣੇ ਅਸਲੇ ਵੱਲ ਜਾ ਰਿਹਾ ਹੈ, ਤੱਤ ਵੀ ਪੰਜੇ ਆਪਣੇ ਅਸਲੇ ਵਿੱਚ ਮਿਲ ਗਏ ਜਾ ਕੇ। ਪਰ ਇੱਕ ਸਾਡੀ ਜੀਵ ਆਤਮਾ ਜਿਹੜੀ ਗੁਰੂ ਵਾਲੀ ਨਾ ਬਣਨ ਕਰਕੇ ਆਪਣੇ ਘਰੇ ਨਹੀਂ ਜਾਂਦੀ ਤੇ ਪ੍ਰੀਤਮ ਆਵਾਜ਼ਾਂ ਮਾਰਦੇ ਆ, ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਅਬਦਾ ਭਈ ਬਤੀਤ, ਤੇਰਾ ਦੁੱਖਾਂ ਦਾ ਸਮਾਂ 84 ਲੱਖ ਜੂਨਾਂ ਦਾ ਜਿਹੜਾ ਸੀ ਉਹ ਖਤਮ ਹੋ ਗਿਆ, ਹੁਣ ਤੂੰ ਘਰੇ ਆ ਜਾ। ਇਹਨਾਂ ਗੱਲਾਂ ਨੂੰ ਗੁਰਮੁਖਾਂ ਨੇ ਸਮਝਿਆ। ਤੇ ਆਪਾਂ ਇਤਿਹਾਸ ਪੜ੍ਹਦੇ ਹਾਂ ਦਸਾਂ ਗੁਰੂਆਂ ਦਾ, ਜਿਨ੍ਹਾਂ ਸਿੱਖਾਂ ਨੇ ਗੁਰੂ ਪਿਆਰਿਓ ਹੱਸਦਿਆਂ ਹੋਇਆਂ ਆਪਣੇ ਸਰੀਰਾਂ ਨੂੰ ਤਿਆਗਣਾ ਕੀਤਾ। ਭਾਵ ਜਿਨ੍ਹਾਂ ਨੂੰ ਸਮਝ ਆ ਗਈ ਕਿ ਹੁਣ ਘਰੇ ਜਾਣ ਦਾ ਸਮਾਂ ਹੈ, ਤੇ ਆਖਰੀ ਸਮੇਂ ਉਹ ਆਪਣਾ ਧਿਆਨ ਗੁਰੂ ਨਾਲ ਜੋੜ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਸਰੀਰਾਂ ਨੂੰ ਤਿਆਗਦੇ ਰਹੇ। ਆਪਾਂ ਇਤਿਹਾਸ ਵਿੱਚੋਂ ਦੇਖ ਸਕਦੇ ਹਾਂ। ਖੈਰ, ਜੋਤੀ ਪਾਤਸ਼ਾਹ ਜੀ ਕਹਿੰਦੇ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਹੁਣ ਸਾਨੂੰ ਪੁੱਛਦੇ ਆ, ਰੋਵਣ ਹਾਰੇ ਕੀ ਕਵਨ ਟੇਕ, ਵੀ ਤੁਸੀਂ ਕਿਹਨੂੰ ਰੋਂਦੇ ਹੋ। ਕੋ ਸਤਨਾਮ ਸੀ। ਇਹ ਗੱਲ ਗੁਰਮੁਖਾਂ ਨੂੰ ਸਮਝ ਆਈ ਆ। ਤਾਂ ਗੁਰੂ ਪਿਆਰਿਓ ਕਹਿੰਦੇ, ਰੋਂਦੇ ਕਿਹਨੂੰ ਹੈ? ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ ਦੀ ਯਾਤਰਾ ਕਰਦੇ ਹੋਏ ਜਾ ਰਹੇ ਨੇ। ਤਾਂ ਗੁਰੂ ਪਿਆਰਿਓ ਅੱਗੇ ਕੀ ਹੋਇਆ ਹੈ? ਗੋਰਖਨਾਥ ਦੇ ਚੇਲੇ ਬੈਠੇ ਆ। ਗੋਰਖਨਾਥ ਨੂੰ ਪਤਾ ਲੱਗਿਆ ਕਿ ਬਹੁਤ ਗਿਆਨ ਰੱਖਦਾ ਹੈ ਇਹ ਮਹਾਂਪੁਰਸ਼ ਜਿਹੜਾ ਮਾਤ ਲੋਕ 'ਚੋਂ ਆ ਰਿਹਾ ਹੈ। ਔਰ ਭਰਤਰੀ ਨੇ ਜਾ ਕੇ ਦੱਸਿਆ ਉਸ ਨੂੰ, ਬਈ ਜੇ ਤੁਸੀਂ ਕਿਤੇ ਗੁਰੂ ਨਾਨਕ ਨੂੰ ਆਪਣਾ ਚੇਲਾ ਬਣਾ ਲਓ ਨਾ, ਫਿਰ ਸਾਰੀ ਦੁਨੀਆ ਵਿੱਚ ਆਪਣੇ ਪੰਥ ਦਾ ਪ੍ਰਚਾਰ ਹੋ ਸਕਦਾ ਹੈ। ਕਿਉਂਕਿ ਦੁਨੀਆ ਕਹੂਗੀ ਗੋਰਖਨਾਥ ਦਾ ਚੇਲਾ ਸੀ, ਵੀ ਬੜਾ ਤਕੜਾ ਸੀ। ਇਸੇ ਕਰਕੇ ਬਾਬਾ ਜੀ ਨੇ ਕਿਸੇ ਪੰਥ ਨੂੰ ਗ੍ਰਹਿਣ ਨਹੀਂ ਕੀਤਾ। ਨਾ ਜੋਗੀ ਬਣੇ, ਨਾ ਉਹਨਾਂ ਨੇ ਕੋਈ ਬ੍ਰਾਹਮਣੀ ਹਿੰਦੂ ਮਤ ਧਾਰਨ ਕੀਤੀ, ਨਾ ਕੋਈ ਹੋਰ, ਕਿਉਂਕਿ ਉਹ ਨਿਰੰਕਾਰ ਆਪ ਆਏ ਸੀ।
गोरखनाथ के चेले बड़ा जोर लाउंदे आ। एक चेला आया बाबे नानक जी दे कोल, बई इनू पहला हरावांगे प्रश्न पुछ पुछ के, जद हार गया फिर कहांगे साडा चेला बन, तैनू इस प्रश्न का जवाब मेरा गुरु गोरखनाथ देगा। पर बाबा जी तो सब नूं सीधे रस्ते पाउण आए हैं, ना हारन आए हैं ना जितन आए हैं। तो इन्हां दा एक चेला जाके जोगी पुछदा है, बाले ये दस मरदा कौन है? धन गुरु नानक देव जी हस के कहन लगे, तेरी मां कुचजी आही, बासन धोए ना दध जमाही। छिथा जा पै गया। जोगी कहन लगे, ऐ किवें बोलदे हो? मां तो भाव है गुरु, साडा गुरु पिता भी है, गुरु माता भी है। तो मां जिहड़ी है बच्चियां नूं चज सिखाउंदी है, जीवन किवें जिउणा आपां बच्चियां नूं, ते गुरु जिहड़ा अपने चेले नूं चज सिखाउंदा। ते धन गुरु नानक देव जी कहते, तेरा कन पाड़ के उही मुंदरा पातियां, तैनूं दस्सिया नहीं कुछ, तेरी मां ने तेरे गुरु ने। तेरी मां कुचजी आही, कुचजी इस्त्री घर दे विच ਜਾਂ ਦੁੱਧ ਜਮਾਉਂਦੀ है, ਪਿੰਡਾਂ ਦੇ ਵਿੱਚ ਜਮਾਉਣ ਦਾ ਕੰਮ ਚੱਲਦਾ, ਰਿੜਕਣ ਦਾ, ਜਿਸ ਦੁੱਧ ਹੁੰਦੇ ਨੇ। ਤੇ ਕਈ ਸਿਆਰੀਆਂ ਬੀਬੀਆਂ ਜਿਹੜੀਆਂ ਹੁੰਦੀਆਂ ਉਹ ਤੜਕੇ ਵਾਲੀ ਲੱਸੀ ਕੱਢੀ ਤੇ ਰਿੜਕਣੇ ਦੇ ਵਿੱਚ ਕੂਚੀ ਮਾਰੀ, ਉਹਨੂੰ ਕੂਚਿਆ ਤੇ ਫਿਰ ਧੁੱਪੇ ਰੱਖ ਦਿੰਦੀਆਂ ਸੂਰਜ ਕੰਨੀ ਮੂੰਹ ਕਰਕੇ, ਤਾਂ ਕਿ ਲੱਸੀ ਦੀ ਜਿਹੜੀ ਕੱਲ੍ਹ ਵਾਲੀ ਜਿਹੜੀ ਖਟਿਆਸ ਆ ਉਹ ਉੱਡ ਜਾਵੇ, ਤਾਂ ਕਿ ਕੱਲ੍ਹ ਵਾਲੀ ਲੱਸੀ ਫਿਰ ਵਧੀਆ ਬਣੇ। ਤੇ ਕਈ ਵਿਚਾਰੀਆਂ ਆਲਸੀ ਉਵੇਂ ਧੋ ਕੇ ਮਾੜਾ ਮੋਟਾ ਤੇ ਫਿਰ ਜਮਾ ਲੈਂਦੀਆਂ, ਤੇ ਕਈ ਦਿਨਾਂ ਦੇ ਵਿੱਚ ਚੱਲਦੇ ਚੱਲਦੇ ਉਹ ਲੱਸੀ ਖੱਟੀ ਇੰਨੀ ਹੋ ਜਾਂਦੀ ਆ ਕਿ ਪੀਣ ਦੇ ਕੰਮ ਦੀ ਨਹੀਂ ਰਹਿੰਦੀ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਤੇਰੀਆਂ ਮੁੰਦਰਾ ਪਾੜ ਕੇ ਤੈਨੂੰ ਜੋਗੀ ਬਣਾਤਾ, ਘੋਣ ਮੋਣ ਕਰਤਾ, ਬਸ ਇੰਨਾ ਕੰਮ ਹੈ। ਤੈਨੂੰ ਦੱਸਿਆ ਨਹੀਂ ਮਰਦਾ ਕੌਣ ਹੈ? ਕਹਿੰਦਾ ਨਹੀਂ ਤੁਸੀਂ ਦੱਸੋ। ਬਾਬਾ ਜੀ ਕਹਿੰਦੇ ਕੋਈ ਨਹੀਂ ਮਰਦਾ। ਉਹ ਹੋਰ ਵੀ ਹੈਰਾਨ ਵੀ ਹੈ, ਸਾਡੇ ਸਾਹਮਣੇ ਦੁਨੀਆ ਮਰੀ ਜਾਂਦੀ ਹੈ, ਜੰਮੀ ਜਾਂਦੀ ਹੈ, ਕਹਿੰਦੇ ਮਰਦਾ ਕੋਈ ਨਹੀਂ। ਬਾਬਾ ਕਹਿੰਦੇ ਐਂ ਦੱਸ ਦੂੰ ਸਰੀਰ 'ਚ ਕਿੰਨੇ ਤੱਤ ਹੁੰਦੇ ਆ? ਕਹਿੰਦਾ ਜੀ 5 ਤੱਤ। ਤੇ 5 ਤੱਤ ਕਹਿੰਦੇ ਉੱਪਰ ਆਕਾਸ਼ ਹੈ ਜਾਂ ਮਿੱਟੀ ਹੈ, ਉਹ ਪਾਣੀ ਵਗਦਾ, ਅੱਗ ਵੀ ਹੈਗੀ, ਹਵਾ ਵੀ ਹੈਗੀ। ਕਹਿੰਦੇ ਹਾਂ ਜੀ। ਇਹ ਮਰ ਗਏ? ਕਹਿੰਦੇ ਨਹੀਂ ਜੀ ਹੈਗੇ ਆ। ਤੇ ਜਿਹੜੀ ਵਿੱਚ ਜੀਵ ਆਤਮਾ ਹੈ ਉਹ ਪਹਿਲਾਂ ਹੀ ਨਿਕਲ ਜਾਂਦੀ ਹੈ, ਕੋਈ ਨਹੀਂ ਮਰਦਾ ਗਾ। ਉਹ ਵਿਚਾਰਾ ਛਿੱਥਾ ਜਿਹਾ ਪੈ ਕੇ ਮੁੜ ਗਿਆ। ਜਦ ਬਾਬਾ ਜੀ ਨੇ ਇੱਦਾਂ ਉਹਨੂੰ ਗਿਆਨ ਦਿੱਤਾ, ਕਹਿਣ ਲੱਗਿਆ ਜੀ ਇਹਨੂੰ ਨਹੀਂ ਜਿੱਤਿਆ ਜਾ ਸਕਦਾ ਗਾ, ਇਹ ਤਾਂ ਬੜੇ ਹੀ ਹੋਰ ਹਿਸਾਬ ਦੇ ਜਵਾਬ ਦਿੰਦਾ, ਕਮਾਲ ਕਰਦਾ ਹੈ। ਅਖੀਰ ਗੁਰੂ ਨਾਨਕ ਦੇਵ ਜੀ ਨੇ ਸਾਰੇ ਜੋਗੀਆਂ ਨਾਥਾਂ ਨੂੰ ਸਿੱਧੇ ਰਸਤੇ ਪਾਇਆ। ਖੈਰ ਇੱਥੇ ਪੰਜਵੇਂ ਪਾਤਸ਼ਾਹ ਪੁੱਛਦੇ ਨੇ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਖਬਰ ਸੁਣਦੇ ਆ, ਫਲਾਨਿਆਂ ਦੇ ਮਰ ਗਿਆ, ਫਲਾਨਿਆਂ ਦੇ ਜੰਮ ਪਿਆ, ਕੋਈ ਸਤਨਾਮ ਸੀ। ਇਹ ਚਲਤ, ਇਹ ਕੌਤਕ, ਇਹ ਪਰਮਾਤਮਾ ਰੋਜ਼ ਹੀ ਵਰਤਾਉਂਦਾ ਰਹਿੰਦਾ ਹੈ। ਜੰਮਣ ਮਰਨ ਵਾਲੀ ਤਾਂ ਖੇਡ ਹੈ ਪਰਮੇਸ਼ਰ ਦੀ ਇੱਕ। हे ਭਾਈ ਰੋਣ ਵਾਲਿਓ, ਰੋਵਣ ਹਾਰੇ ਕੀ ਕਵਨ ਟੇਕ, ਰੋਣ ਵਾਲਾ ਕਿਹਨੂੰ ਰੋਂਦਾ ਹੈ? ਜੇ 5 ਤੱਤਾਂ ਦੇ ਸਰੀਰ ਨੂੰ ਰੋਨੇ ਆ ਤਾਂ ਉਹ ਸਾਡੇ ਕੋਲ ਹੀ ਸੀਗਾ, ਆਪਾਂ ਆਪ ਹੀ ਸੰਸਕਾਰ ਕਰਕੇ ਆਏ ਆ। ਤੇ ਜੇ ਰੂਹ ਨੂੰ ਰੋਨੇ ਆ ਉਹ ਤਾਂ ਪਹਿਲਾਂ ਹੀ ਵਿੱਚੋਂ ਨਿਕਲ ਚੁੱਕੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੁਹਾਨੂੰ ਇਸ ਗੱਲ ਦਾ ਨਹੀਂ ਪਤਾਗਾ, ਅਗਲੀ ਕਿਛ ਖਬਰ ਨਾ ਪਾਈ। हे ਪ੍ਰਾਣੀ, ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਹਮੇਸ਼ਾ ਅਗਾਹਾਂ ਆਉਣ ਵਾਲੇ ਸਮੇਂ ਨੂੰ ਨਹੀਂ ਵੇਖਦਾ ਕਿ ਜਿਸ ਤਰ੍ਹਾਂ ਇਹ ਚਲਿਆ ਗਿਆ ਇੱਕ ਦਿਨ ਆਪਾਂ ਵੀ ਚਲੇ ਜਾਣਾ ਹੈ। ਤਾਂ ਤੇ ਮੌਤ ਨੂੰ ਤੇ ਪਰਮੇਸ਼ਰ ਨੂੰ ਆਪਾਂ ਯਾਦ ਕਰ ਲਈਏ। ਗੁਰਬਾਣੀ ਦੇ ਵਿੱਚ ਹਰ ਤਰ੍ਹਾਂ ਦੀ ਬਾਣੀ ਰਚੀ ਗਈ ਹੈ। ਮਾਤ ਲੋਕ ਦੇ ਸਾਰੇ ਹੀ ਸਮਾਗਮਾਂ ਨੂੰ ਰੋਕ ਕੇ ਵਿਆਹ ਦੀ ਵੀ ਹੈ, ਅਲਾਹਣੀਆਂ ਵੀ ਹੈ। ਜਦੋਂ ਸੰਸਕਾਰ ਤੋਂ ਬਾਅਦ ਅਸੀਂ ਗੁਰੂ ਘਰ ਆਉਣੇ ਆ, ਜੋ ਅਲਾਹਣੀਆਂ ਪੜ੍ਹੀਆਂ ਜਾਂਦੀਆਂ ਉਹ ਵੀ ਸਾਨੂੰ ਗਿਆਨ ਦੇਣ ਵਾਸਤੇ ਹੈ। ਗਾਵੋ ਗੀਤ ਨਾ ਬਿਰਹੜਾ, ਨਾ ਖੁਸ਼ੀ ਵਿੱਚ ਬੜਾ ਹੰਕਾਰ ਕਰੋ ਤੇ ਨਾ ਗਮੀ ਦੇ ਵਿੱਚ ਜ਼ਿਆਦੇ ਰੋਵੋ। ਗੁਰਮੁਖ ਬ੍ਰਹਮ ਵਿਚਾਰੋ, ਬੈਠ ਕੇ ਰੱਬ ਦੀ ਗੱਲ ਕਰੋ, ਉਸ ਬ੍ਰਹਮ ਦੀ ਵਿਚਾਰ ਕਰੋ, ਰੋਣਾ ਧੋਣਾ ਬੰਦ ਕਰੋ। ਕੋ ਸਤਨਾਮ। ਇਹ ਬਾਣੀ ਸਾਨੂੰ ਸਮਝਾਉਂਦੀ ਹੈ। ਭਾਵੇਂ ਕਿ ਇਹ ਗੱਲ ਬਾਬਾ ਮੋਹਨ ਸਿੰਘ ਜੀ ਕਹਿ ਰਹੇ ਸੀਗੇ ਬਈ ਆਪਾਂ ਨੂੰ ਪ੍ਰਚਾਰਕਾਂ ਨੂੰ ਕਹਿਣੀ ਤਾਂ ਸੌਖੀ ਲੱਗਦੀ ਹੈ, ਪਰ ਪਰਿਵਾਰ ਦੇ ਵਿੱਚੋਂ ਜਿਹੜਾ ਜੀ ਗਿਆ ਹੁੰਦਾ ਉਹਨੂੰ ਇਹ ਮੰਨਣੀ ਬਹੁਤ ਔਖੀ ਲੱਗਦੀ ਹੈ। ਤੇ ਕੋਈ ਸ਼ੱਕ ਨਹੀਂ ਗਾ, ਕਿਉਂਕਿ ਸਾਡਾ ਲੰਮੇ ਸਮੇਂ ਤੋਂ ਇੱਕ ਦੂਜੇ ਨਾਲ ਸੰਬੰਧ ਹੁੰਦਾ ਹੈ, ਮੋਹ ਹੁੰਦਾ ਹੈ। ਇੱਕ ਪੱਤਾ ਵੀ ਤੋੜੀਏ
ਇਹ ਕੋਈ ਫਲ ਵੀ ਟਾਹਣੀਆਂ ਟੁੱਟੇ ਉਹਦੇ ਵਿੱਚੋਂ ਵੀ ਪਾਣੀ ਨਿਕਲਦਾ ਹੈ, ਪਰ ਫਿਰ ਵੀ ਸੱਚ ਨੂੰ ਤਾਂ ਗ੍ਰਹਿਣ ਕਰਨਾ ਹੀ ਪੈਣਾ ਹੈ। ਇਹ ਸੱਚ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਰਹਿਣਾ ਇੱਥੇ ਕਿਸੇ ਨੇ ਵੀ ਨਹੀਂ, ਜਾਣਾ ਸਭ ਨੇ ਹੈ। ਰੋਵਣ ਹਾਰ ਪਈ ਓਟ ਸਿਧਾਈ, ਸਭ ਨੇ ਚਲੇ ਜਾਣਾ ਹੈ। ਆਪਾਂ ਪਿੱਛੇ ਬੈਠੇ ਸੁਣ ਰਹੇ ਹਾਂ, ਅੱਜ ਆਪਾਂ ਬੈਠੇ ਹਾਂ ਔਰ ਰੋਜ਼ਾਨਾ ਹੀ ਕੋਈ ਨਾ ਕੋਈ ਸਾਡੇ ਚੋਂ ਵਿਛੜ ਜਾਂਦਾ ਹੈ। ਇਹ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੀ ਖੇਡ ਹੈ। ਭਰਮ ਮੋਹ ਕੇ ਬਾਂਧੇ ਬੰਦ, ਅਸਲ ਵਿੱਚ ਅਸੀਂ ਮੋਹ ਕਰਕੇ ਤੇ ਭਰਮ ਭੁਲੇਖੇ ਕਰਕੇ ਰੋਨੇ ਆ। ਇਹਨਾਂ ਬੰਧਨਾਂ ਵਿੱਚ ਪਏ ਹੋਈ ਸੁਪਨ ਭਇਆ ਪਖਲਾਏ ਅੰਧ, ਜਿਵੇਂ ਸੁਪਨੇ ਦੇ ਵਿੱਚ ਕੋਈ ਗੁਰੂ ਪਿਆਰਿਓ ਬਰਲਾਉਂਦਾ ਹੈ, ਉਸੇ ਤਰ੍ਹਾਂ ਹੀ ਇਹ ਜੀਵ ਜਿਹੜਾ ਹੈ ਇਹ ਮਾਨੋ ਇੱਕ ਲੰਮਾ ਸੁਪਨਾ ਹੈ ਗੁਰੂ ਪਿਆਰਿਓ। ਉਹ ਛੋਟਾ ਸੁਪਨਾ ਹੁੰਦਾ ਰਾਤ ਦਾ, ਇਹ ਦਿਨ ਦਾ ਸੁਪਨਾ, ਇਹ ਲੰਮਾ ਸੁਪਨਾ ਹੈ। ਇਸ ਕਰਕੇ ਮਨੁੱਖ ਬਰਡਾਉਂਦਾ ਹੈ। ਸੁਪਨਾ ਕੈਸਾ ਹੁੰਦਾ ਹੈ? ਜਿਵੇਂ ਇੱਕ ਮਰਾਸੀ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਉਹਨੂੰ ਬਲਦਾਂ ਦੀ ਜੋੜੀ ਮਿਲੀ ਤੇ ਮੰਡੀ ਵਿੱਚ ਵੇਚਣ ਚਲਿਆ ਗਿਆ, ਔਰ ਵੇਚਣ ਗਿਆ ਤੇ ਮੰਡੀ 'ਚ ਗਾਹਕ ਵੀ ਆਏ ਤੇ ਗਾਹਕਾਂ ਨੇ ਮੁੱਲ ਲਾਇਆ। ਕਹਿਣ ਲੱਗੇ ਬੋਲ ਵੀ ਕਿੰਨੇ ਲੈਣੇ ਆ? ਪਰਬਾ 1500। ਕਹਿੰਦਾ ਨਾ ਵੀ ਨਾ 800 ਦੇਵਾਂਗੇ। ਦੂਜਾ ਗਾਹਕ ਆਇਆ, ਕਹਿੰਦਾ ਯਾਰ ਤੂੰ 900 ਲੈ ਲਾ। ਸੁਪਨਾ ਚੱਲੀ ਜਾਂਦਾ ਅੰਦਰ, ਸੁਪਨੇ ਵਿੱਚ ਬੰਦਾ ਭੁੱਲ ਜਾਂਦਾ ਹੈ ਕਿ ਸੱਚ ਹੈ ਕਿ ਝੂਠ ਹੈ। ਚੱਲਦਾ ਰਿਹਾ, ਦੂਜਾ ਆਇਆ, ਤੀਜਾ ਆਇਆ, ਕੋਈ 1000 ਤੇ ਪਹੁੰਚ ਗਿਆ, ਕੋਈ 1100 ਤੇ ਪਹੁੰਚ ਗਿਆ। ਪੈਸੇ ਬਲਦਾਂ ਦੀ ਜੋੜੀ ਦਾ ਮੁੱਲ ਲਾਉਂਦਾ ਜਦੋਂ ਕਿਸੇ ਨੇ 10-12 ਆਏ ਗਾਹਕ, ਕਿਉਂਕਿ ਇਹ ਜਿਹੜਾ ਵਪਾਰੀ ਦਾ ਕੰਮ ਹੁੰਦਾ ਬੜਾ ਸ਼ਾਂਤੀ ਧੀਰਜ ਵਾਲਾ ਹੁੰਦਾ, ਪਰ ਉਹ ਜਿਹੜਾ ਮਰਾਸੀ ਪਹਿਲੀ ਵਾਰ ਉਹਨੂੰ ਜੋੜੀ ਮਿਲੀ ਬਲਦਾਂ ਦੀ, ਪਹਿਲੀ ਵਾਰ ਉਹ ਵੇਚਣ ਚਲਿਆ ਗਿਆ। ਜਦੋਂ ਕਿਸੇ ਨੇ ਕਿਹਾ ਵੀ 1200 ਤੋਂ ਵੱਧ ਨਹੀਂ ਦੇਣੇ, ਉਹ ਗੁੱਸੇ 'ਚ ਆ ਕੇ ਸਿਰ ਹਿਲਾ ਕੇ ਕਹਿੰਦਾ ਨਹੀਂ ਯਾਰ। ਜੋ ਸਿਰ ਹਿਲਾਇਆ ਤੇ ਅੱਖਾਂ ਖੁੱਲ ਗਈਆਂ, ਨਾ ਉੱਥੇ ਮੰਡੀ ਹੈ, ਨਾ ਉੱਥੇ ਬਾਜ਼ਾਰ ਹੈ, ਨਾ ਉੱਥੇ ਬਲਦਾਂ ਦੀ ਜੋੜੀ ਹੈ ਤੇ ਨਾ ਉੱਥੇ ਗਾਹਕ ਹੈ। ਫਿਰ ਅੱਖਾਂ ਬੰਦ ਕਰਕੇ ਕਹਿੰਦਾ ਚੱਲ ਪਰਬਾ 500 ਹੀ ਦੇ ਜਾ। ਕਹਿੰਦੇ ਹੁਣ ਤੈਨੂੰ ਕੌਣ ਦੇਵੇ? ਉਹ ਸੁਪਨਾ ਸੀਗਾ, ਉਹ ਛੋਟਾ ਸੁਪਨਾ ਹੁੰਦਾ ਰਾਤ ਦਾ, ਇਹ ਲੰਬਾ ਸੁਪਨਾ ਹੈ। ਜਿਹੜੇ ਜਾਗ ਪੈਂਦੇ ਹੈ ਉਹ ਸੁਚੇਤ ਹੋ ਜਾਂਦੇ ਹੈ, ਉਹਨਾਂ ਨੂੰ ਇਹ ਦੁੱਖ ਵੀ ਦੁਖੀ ਨਹੀਂ ਕਰਦੇ। ਤੇ ਜਿਹੜੇ ਸੁੱਤੇ ਰਹਿੰਦੇ ਹੈ ਉਹ ਸੁਪਨੇ ਵਿੱਚ ਨਿਆਈ ਸੁੱਤੇ ਹੋਏ ਹੀ ਦੁਨੀਆ ਵਿੱਚੋਂ ਚਲੇ ਜਾਂਦੇ ਆ। ਗੁਰੂ ਕਿਰਪਾ ਕਰਨ, ਇਹ ਜੀਵ ਜਿਹੜਾ ਹੈ ਸੁਪਨੇ ਅਤੇ ਭਰਮਾਂ ਭੁਲੇਖਿਆਂ ਕਰਕੇ ਹੀ ਬਰਡਾਉਂਦਾ ਹੈ, ਬੇਅਰਥ ਹੀ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਤਉ ਰਚਨ ਰਚਿਆ ਕਰਤਾਰ, ਇਹ ਪਰਮੇਸ਼ਰ ਦੀ ਖੇਡ ਆ। ਇੱਕ ਪਾਤਸ਼ਾਹ ਜੀ ਦਾ ਬਚਨ ਹੈ ਜੋ ਇੱਕ ਰੈਣ ਕੇ ਬਣਜਾਰੀਆ ਮਿੱਤਰਾ ਹੁਕਮ ਭਇਆ ਗਰਭਾਸ, ਤੂੰ ਇੱਕ ਰਾਤ ਦਾ ਬਣਜਾਰਾ ਹੈ। ਹਮ ਆਦਮੀ ਹਾਂ ਇੱਕਦਮੀ, ਕੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਸਾਡੇ ਚੋਂ, ਨਾ ਕਿਸੇ ਛੋਟੇ ਨੂੰ ਨਾ ਵੱਡੇ ਨੂੰ, ਕਿ ਕਿਹਨੇ ਅਗਲੇ ਸਕਿੰਟ, ਅਗਲੇ ਮਿੰਟ ਜਾਂ ਅਗਲੇ ਦਿਨ ਇੱਥੇ ਨਹੀਂ ਹੋਣਾ। ਕੋਈ ਸਤਨਾਮ ਕਿਸੇ ਨੂੰ ਵੀ ਨਹੀਂ ਪਤਾ, ਸੱਤ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਿਆ ਤੁਸੀਂ ਮੌਤ ਨੂੰ ਕਿੰਨਾ ਕੁ ਦੂਰ ਸਮਝਦੇ ਹੋ? ਤਾਂ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਅੱਜ ਦਾ ਦਿਨ ਚੜ੍ਹਿਆ ਹੈ, ਕੱਲ ਦਾ ਪਤਾ ਨਹੀਂ, ਵੇਖੀਏ ਕਿ ਨਾ। ਬਾਲਾ ਜੀ ਤੁਸੀਂ, ਕਹਿੰਦੇ ਜੀ ਤੁਸੀਂ ਕਿਰਪਾ ਕਰੋ। ਕਹਿੰਦੇ ਜੇ ਮੈਨੂੰ ਪੁੱਛਦੇ ਹੋ ਤਾਂ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਤਾਂ ਕਿ ਆਪਾਂ ਆਪਣੇ ਵਰਤਮਾਨ ਨੂੰ ਸੰਭਾਲੀਏ। ਜਿਹੜਾ ਸਮਾਂ ਨਿਕਲ ਗਿਆ ਉਹਦੇ ਵਾਸਤੇ ਪਛਤਾਉਣਾ, ਸਮਾਂ ਖਰਾਬ ਕਰਨਾ ਵਰਤਮਾਨ ਨੂੰ। ਆਉਣ ਵਾਲਾ ਹਜੇ ਆਇਆ ਨਹੀਂਗਾ, ਉਹਦੇ ਪਿੱਛੇ ਵੀ ਵਰਤਮਾਨ ਖਰਾਬ ਕਰਨ ਦੀ ਬਜਾਏ ਵਰਤਮਾਨ ਤੋਂ ਆਪਾਂ ਲਾਹਾ ਲੈ ਲਈਏ। ਪਰਮੇਸ਼ਰ ਦਾ ਨਾਮ ਜਪ ਕੇ, ਉਸ ਪਰਮੇਸ਼ਰ ਨਾਲ ਜੁੜ ਕੇ, ਇਹ ਤਾਂ ਰਚਨ ਰਚਿਆ ਕਰਤਾਰ। ਪਾਤਸ਼ਾਹ ਕਹਿੰਦੇ ਇਹ ਤਾਂ ਪਰਮੇਸ਼ਰ ਦੀ ਖੇਡ ਬਣਾਈ ਹੋਈ ਹੈ, ਆਵਤ ਜਾਵਤ ਹੁਕਮ ਅਪਾਰ। ਇਸ ਗੱਲ ਦੀ ਗੁਰਮੁਖਾਂ ਨੂੰ ਸਮਝ ਆ ਜਾਂਦੀ ਆ ਤੇ ਮਨਮੁਖ ਜਿਹੜੇ ਹਨ ਉਹ ਗੁਰੂ ਪਿਆਰਿਓ ਭੁਲੇਖੇ 'ਚ ਪਏ ਰਹਿੰਦੇ ਆ। ਜਿਵੇਂ ਰੋਹ ਰਹਿ ਰਾਸ 'ਚੋਂ ਪੜ੍ਹਦੇ ਆਪਾਂ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਉਹ ਮੇਰੇ ਮਾਲਕਾ ਤੂੰ ਹੀ ਸਭ ਕੁਝ ਕਰਨ ਵਾਲਾ ਹੈ। ਜਾਂ ਹਉ ਕਰੀ ਨਾ ਹੋਈ ਮੇਰਾ ਕੀਤਾ ਕੁਝ ਨਹੀਂ ਹੋ ਸਕਦਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ। ਜੋ ਤੈਨੂੰ ਚੰਗਾ ਲੱਗਦਾ ਉਹੋ ਹੀ ਹੁੰਦਾ, ਤੇ ਜੋ ਹੁੰਦਾ ਹੈ ਅਸੀਂ ਉਸ ਨੂੰ ਮੰਨ ਕੇ ਹੀ ਸੁਖੀ ਹੋ ਸਕਦੇ ਹਾਂ। ਜੇ ਕਹਾਂਗੇ ਇੰਜ ਨਹੀਂ, ਇੰਜ ਹੋਣਾ ਚਾਹੀਦਾ, ਉਹ ਸਾਡੇ ਕਹਿਆਂ ਬਦਲਦਾ ਨਹੀਂ, ਦੁਖੀ ਭਾਵੇਂ ਹੋਈ ਜਾਈਏ। ਕੋ ਸਤਨਾਮ, ਬਦਲਣਾ ਨਹੀਂ ਉਸਨੇ।
जो तो भावै सोई थीसी, जो तू देहे सोई हों पाई रहाओ। जो तू दिंदा है असीं ਉਹੀ ਪ੍ਰਾਪਤ ਕਰਦੇ ਹਾਂ। ਸਵਾਸ ਵੀ ਜਿੰਨੇ ਦੇਵੇਗਾ ਉਨੀ ਲਵਾਂਗੇ ਨਾ। ਉਸ ਤੋਂ ਬਾਅਦ ਡਾਕਟਰ ਭਾਵੇਂ ਜਿੰਨਾ ਚਿਰ ਲੰਮਾ ਮਰਜੀ ਆਕਸੀਜਨ ਲਾਈ ਰੱਖਣ, ਉਹ ਬਾਡੀ ਚੱਲਦੀ ਨਹੀਂ ਜਦੋਂ ਇਸ ਨੇ ਬੰਦ ਕਰ ਦਿੱਤੀ। ਕੋ ਸਤਨਾਮ ਸੀ ਉਹਦੇ ਹੁਕਮ ਦੇ ਅੰਦਰ ਹੀ ਖੇਡ ਹੈ। तो मेरे प्रीतम जी आखिरी बचना विच कहंदे आवत जावत हुक्म अपार, नह को मूआ न मरना। जोग इत्थे कोई मरदा नहीं, कोई जमदा नहीं। न बिनसै अबनासी होग, ना पंजे तत्ता ने मरना है, ना आत्मा ने मरना है। ये तो वो जीव आत्मा परमेश्वर विच मिल के सदा सदा लई कायम हो सकती है। जो ये जानो सो ये नाहे, जो तुसी समझदे हो ठीक है, वो सानू दिखाई नहीं दिंदा। जीव साडे कोलों चलिया गया है, पर है जरूर जां तां परमेश्वर दे कोल है, ते जां फिर जिथे उहदा फुरना बनदा है अखीर वेले उत्थे चलिया जांदा है। सानू दिखाई देणों हट जांदा। कोई बच्चा साडे घरे हले जन्म नहीं लिया, असीं माता दी उदर दे विचों वेखिया नहीं, तां है जरूर उस संसार दे विच किते ना किते जद समा आवेगा साडे घरे जन्म लैके प्रगट हो जांदा। कोई सतनाम, क्योंकि असी उस नूं जानते हैं जो सानू दिखाई दे रहा है, जो नहीं दिसदा उहदे बारे असी जानते नहीं। तो इस करके धन गुरु अर्जन देव महाराज जी कहते जो ये जानो सोए ना है। हे भाई ये जीव आत्मा इहो जिहा समझ रहे हो, इहो जिहा नहीं है कि वह मर गया। आओ उन्हां गुरमुखां तो बलिहारे जाइए, जानन हारे को बल जाओ। जिन्हां गुरमुखां ने यह गल समझ लई, जिन्हां गुरुआं ने यह गल समझ लई ते सानू समझा दिती, जानन हारे को बल जाओ। आओ उन्हां तो बलिहारे जाइए। कहो नानक गुर भरम चुकाया, ना कोई मरै ना आवे जाया। गुरु ने साडे भरम कढे है, सानू सांत्वना दिती है, सानू गुरु प्यारो भाणे नूं मनण दा चज सिखाया है। ये साडे गुरु की कृपा है। इस करके आओ हमेशा गुरु के भाणे विच रहिंदे होए मौत नूं ते रब नूं हमेशा याद रखिए। महापुरुष बाबा मोहन सिंह जी, माता सुखपाल कौर दे जो पति हन, गुरमुख हन, इन्हां ने भी इस गल नूं समझिया है। ते आके मिलण वालियां नूं जो आपां परचौनी करदे हां, घरे आके बैठदे हां 8-10 दिन, उन्हां समयां दे विच भी असीं यही गल्लां कीतियां बैठ के कि ओहदा भाणा है, भाणे नूं कोई बदल नहीं सकदा। भाणा मन्नै सो सुख पाए, विच भाणै सुख पाए जियो। भाणे दे विच ही सुख है। तो गुरु किरपा करन आउण वाला समा साडे सारियां दे वास्ते, सिख पंथ ते सारे परिवार ते, बाबा मोहन सिंह जी दे सारे परिवार ते, देशां विदेशां विच रहिंदे बच्चियां ते भी अपनी किरपा दा हथ रखण। सतगुरु पातशाह आनंद साहिब जी दा जाप करिए। बाबा जी अरदास बेनती करनगे, बोलदियां नेकां अखर बाद काट हो जांदे। सिख संगतां दे सतगुरु बख्शण जोग है, बख्श लैना जी। समाप्ति करिए। बुलाओ फतेह, पाओ फतेह। वाहिगुरु जी का खालसा, वाहिगुरु जी की फतेह। रामकली महला तीजा। आनंद ओंकार सतगुर प्रसाद। आनंद पया मेरी माए, सत ओंकार सतनाम करता पुरख निर्भव अजुनी सैभं गुर प्रसाद। मैं नहीं किछ हो नहीं, किछ आहे न मोरा। अवसर लज्जा रख ले सदना जन तोरा। फिरत फिरत प्रभ आया, परया तो शरनाए। नानकी प्रबेनती अपनी भगति लाए। संबत साहा लिखिया, मिलकर पावो तेल। देहो सजन असी सड़िया, ज्यों होवै सहब स्यों मेल। तुम्हारी शरण तुम्हारी आसा, तुम ही सजन
सोहेले राखो राखण हार दयाला, नानक करके सो कहो टल गुर सेविया। अहनिस सहज दर्शन परसय गुरु कै, जन्म मरण दुख होवे सिफत खसम दीनोर अरसों कुरसों। तुद डिठै सच्चे पातशाह, मल जन्म जन्म दी सजन सच्चा पातशाह। सिर शाहां दे जिस पास बैठिया सोही है, जिस पास बैठिया सोही है। सतनाम श्री वाहिगुरु साहिब जीओ। धनासरी महला तीजा, घर दूजा चौपदे। एक ओंकार सतगुर प्रसाद, एहो धन अखुट नानक खुटै न जाए। पूरे सतगुर दिया दिखाए, एहो धन अखुट नानक खुटै न जाए। पूरे सतगुर दिया दिखाए, अपने सतगुर को सदबल जाई। गुर कृपा ते हर मन वसाई। से तनवंत हर नाम लिव लाए, गुर पूरे हर धन परगासिया। हर कृपा ते वसै मन आए रहाओ। अवगुण काट गुण हृदय समाए, पूरे गुर कै सहज सुभाए। पूरे गुर की साची बाणी, सुख माणी अंतर सहज समाणी। एक आचार्य जन देखो भाई, दुबदा मार हर मन वसाई। नाम अमोलक न पाया जाए, गुर प्रसाद वसै मन आए। सब महे वसै प्रभ एको सोए, गुरमति घट प्रगट होए। सहजे जिन प्रभ जान पछाणिया, नानक नाम मिलै मन मानिया। सब महे वसै प्रभ एको सोए, गुरमति घट प्रगट होए। सहजे जिन प्रभ जान पछाणिया, नानक नाम मिलै मन मानिया। वाहिगुरु जी का खालसा, वाहिगुरु जी की फतेह।